ਗੁਰਬਾਣੀ ਸਾਡੇ ਜੀਵਨ ਨੂੰ ਚਾਨਣ ਬਖਸ਼ਦੀ ਹੈ, ਸਾਨੂੰ ਔਗਣਾਂ ਤੋਂ ਮੁਕਤ ਕਰਾਉਂਦੀ ਹੈ। ਪਰ ਗੁਰਬਾਣੀ ਦੇ ਸਿਧਾਂਤਾਂ ਦੇ ਨਾਲ, ਤਿੰਨਾਂ ਦੇ ਨਾਲ, ਗੁਰਬਾਣੀ ਦੇ ਨਾਲ, ਸਿੱਖ ਸਿਧਾਂਤਾਂ ਦੇ ਨਾਲ ਛੇੜਛਾੜ ਕਰਨੀ ਜਿਹੜੀ ਹੈ, ਇਹ ਕਿਸੇ ਵੀ ਤਰ੍ਹਾਂ ਜਿਹੜੀ ਹੈ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਭਾਵੇਂ ਕੋਈ MLA ਹੋਵੇ, ਭਾਵੇਂ ਕੋਈ MP ਹੋਵੇ, ਜਾਂ ਕੋਈ ਵੀ ਵੱਡਾ ਸੈਲੀਬ੍ਰਿਟੀ, ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਕਿ ਅਗਲਾ ਸਮਾਜ ਵਿੱਚ ਕੀ ਹੈਸੀਅਤ ਰੱਖਦਾ ਹੈ। ਲਗਾਤਾਰ ਹੀ ਸਿੱਖ ਭਾਵਨਾਵਾਂ ਨਾਲ ਨਹੀਂ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹਮੇਸ਼ਾ ਹੀ ਕਾਫੀ ਵਾਰ ਵੇਖਣ ਨੂੰ ਮਿਲਿਆ, ਜੇ ਬੇਅਦਬੀਆਂ ਹੋ ਰਹੀਆਂ ਨੇ ਤਾਂ ਵੀ ਇਸੇ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ, ਇਸ ਤਰ੍ਹਾਂ ਦੇ ਲੀਡਰਾਂ ਨੂੰ ਕਿਆ ਲੱਗਦਾ ਨਹੀਂ ਕਿ ਨੱਥ ਪਾਉਣ ਦੀ ਵੀ ਜ਼ਰੂਰਤ ਹੈ? ਉਹ ਆਪਣੇ ਆਪ ਨੂੰ ਸਿਆਣਾ ਕਹਿੰਦੇ, ਅਸੀਂ ਨਹੀਂ ਉਹਨੂੰ ਮੰਨਦੇ ਵੀ ਉਹ ਕੋਈ ਬਹੁਤਾ ਸਿਆਣਾ ਹੈ। ਸਾਨੂੰ ਤੇ ਉਹ ਸਗੋਂ ਮਾਨਸਿਕ ਬਿਮਾਰ ਲੱਗਦਾ ਇਨਸਾਨ, ਜਿਹਨੂੰ ਬਾਕੀ ਸਾਰੀਆਂ ਗੱਲਾਂ ਦੀ ਸਮਝ ਹੈ ਪਰ ਇਸ ਗੱਲ ਦੀ ਸਮਝ ਨਹੀਂ ਕਿ ਮੈਂ ਇਹ ਜਿਹੜਾ ਸ਼ਾਲ ਉੱਤੇ ਲੈ ਕੇ ਪਬਲਿਕ ਦੇ ਵਿੱਚ ਜਾ ਰਿਹਾ, ਇਹ ਮੇਰੇ ਵਾਸਤੇ ਇਹ ਠੀਕ ਨਹੀਂ ਹੈ, ਮੈਂ ਗੁਰਬਾਣੀ ਦੀ ਬੇਅਦਬੀ ਕਰ ਰਿਹਾ। ਔਰ ਇਹ ਜਾਣਬੁੱਝ ਕੇ ਸ਼ਾਇਦ ਪਬਲਿਕ ਦੇ ਵਿੱਚ ਜਾਂ ਮੀਡੀਆ ਦੇ ਵਿੱਚ ਬਣੇ ਰਹਿਣ ਦੀ ਖਾਤਰ ਕੀਤਾ ਹੋਇਆ ਇੱਕ ਸਟੰਟ ਜਾਪਦਾ ਹੈ ਜੀ। ਲੱਗਦਾ ਪੁਲਿਸ ਪ੍ਰਸ਼ਾਸਨ ਕਾਰਵਾਈ ਕਰ ਸਕਦੀ ਹੈ ਨਵਜੋਤ ਸਿੰਘ ਸਿੱਧੂ ਦੇ ਖਿਲਾਫ? ਵੇਖੋ ਜੀ, ਨਵਜੋਤ ਸਿੰਘ ਸਿੱਧੂ ਇੱਕ ਮਨੁੱਖੀ ਆ, ਕੋਈ ਰੱਬ ਥੋੜੀ ਆ। ਜੇ ਉਹ ਗਲਤੀ ਕਰਕੇ ਦੁਬਾਰਾ ਇੱਕ ਫਿਰ ਫੋਟੋ ਪਾ ਸਕਦਾ ਹੈ ਨਾ, ਦੂਜੀ ਵਾਰ ਫੋਟੋ ਉਹਨੇ ਕੱਲ ਪਾਈ ਹੈ, ਤੇ ਇਹਦਾ ਮਤਲਬ ਇਹ ਹੈ ਕਿ ਉਹ ਉਹਦੇ ਕੋਲੋਂ ਅਣਜਾਣੇ 'ਚ ਨਹੀਂ, ਜਾਣਬੁੱਝ ਕੇ ਕੁਝ ਕਰ ਰਿਹਾ ਹੈ। ਤੇ ਕੋਈ ਨਾ, ਗੁਰੂ ਕਾ ਖਾਲਸਾ ਉਹਨੂੰ ਟੱਕਰੇਗਾ, ਦੱਸਾਂਗੇ ਭਾਈ ਜਿਹੜੀ ਤੂੰ ਇਹ ਬੇਅਦਬੀ ਕੀਤੀ ਹੈ ਨਾ, ਇਹਦੇ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ, ਤੇਰਾ ਇਹ ਗੁਨਾਹ ਹੈ ਤੇ ਇਸ ਗੁਨਾਹ ਦੇ ਲਈ ਤੈਨੂੰ ਸੰਗਤ ਦੀ ਕਚਹਿਰੀ ਵਿੱਚ ਸਿਰ ਨਿਵਾ ਕੇ ਖੜਨਾ ਪਏਗਾ। ਨਵਜੋਤ ਸਿੰਘ ਸਿੱਧੂ ਇੱਕ ਇਸ ਤਰ੍ਹਾਂ ਦਾ ਨਾਮ ਜੋ ਕਿ ਹਮੇਸ਼ਾ ਹੀ ਵਿਵਾਦਾਂ ਵਿੱਚ ਰਹਿੰਦਾ ਹੈ। ਜੇ ਗੱਲ ਕੀਤੀ ਜਾਵੇ ਬੀਤੇ ਦਿਨਾਂ ਦੀ, ਤੇ ਨਵਜੋਤ ਸਿੰਘ ਸਿੱਧੂ ਵੱਲੋਂ ਇੱਕ ਸ਼ਾਲ ਲਿੱਤੀ ਗਈ ਸੀ ਜੋ ਕਿ ਕਿਸਾਨਾਂ ਦੇ ਮੋਰਚੇ ਦੇ ਵਿੱਚ ਦੇਖੀ ਗਈ ਸੀਗੀ, ਤੇ ਜਿਸ ਉੱਤੇ ਖੰਡਾ ਸਾਹਿਬ ਦਾ ਜਿਹੜਾ ਸੀਗਾ ਉਹ ਪ੍ਰਤੀਚਿੰਨ ਜਿਹੜਾ ਸੀਗਾ ਉਹ ਵੀ ਲੱਗਾ ਹੋਇਆ ਸੀਗਾ, ਜਿਸ ਨੂੰ ਵੇਖਣ ਤੋਂ ਬਾਅਦ ਜਿਹੜਾ ਹੈ ਹੁਣ ਸਿੱਖ ਜਥੇਬੰਦੀਆਂ ਵੱਲੋਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਅੰਮ੍ਰਿਤਸਰ ਦੇ DCP ਜਗਮੋਹਨ ਸਿੰਘ ਉਹਨਾਂ ਨੂੰ ਇੱਕ ਉਸ ਖਿਲਾਫ ਜਿਹੜਾ ਹੈ ਮੰਗ ਪੱਤਰ ਦਿੱਤਾ ਗਿਆ ਤਾਂ ਜੋ ਕਿ ਉਹਨਾਂ ਦੇ ਖਿਲਾਫ ਜਿਹੜੀ ਹੈ ਕਾਰਵਾਈ ਕਰਵਾਈ ਜਾ ਸਕੇ। ਸਿੱਖ ਜਥੇਬੰਦੀਆਂ ਜਿਹੜੀਆਂ ਨੇ DCP ਦਫ਼ਤਰ ਦੇ ਬਾਹਰ ਪਹੁੰਚੀਆਂ ਹੋਈਆਂ ਨੇ ਅਤੇ ਲਗਾਤਾਰ ਹੀ ਉਹਨਾਂ ਦਾ ਰੋਹ ਜਿਹੜਾ ਆ ਇਸ ਚੀਜ਼ ਨੂੰ ਹੈ ਕਿ ਜਿਹੜੇ ਲੀਡਰ ਨੇ, ਜਿਹੜੇ ਕੱਦਵਾਰ ਨੇਤਾ ਨੇ, ਉਹ ਕਿਤੇ ਨਾ ਕਿਤੇ ਜਿਹੜੀਆਂ ਸਿੱਖ ਭਾਵਨਾਵਾਂ ਦੇ ਨਾਲ ਜ਼ਰੂਰ ਠੇਸ ਪਹੁੰਚਾਉਂਦੇ ਨੇ। ਸਿੱਖ ਜਥੇਬੰਦੀਆਂ ਦੇ ਆਗੂ ਵੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਲਗਾਤਾਰ ਹੀ ਸਿੱਖ ਭਾਵਨਾ ਦੇ ਨਾਲ ਜਿਹੜਾ ਆ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ। ਹੁਣ ਨਵਜੋਤ ਸਿੰਘ ਸਿੱਧੂ ਨੇ, ਹਾਲਾਂਕਿ ਬਹੁਤ ਕੱਦਵਾਰ ਨੇਤਾ ਨੇ, ਉਹਨਾਂ ਵੱਲੋਂ ਵੀ ਹੁਣ ਇੱਕ ਵਾਰ ਫਿਰ ਤੋਂ ਜਿਹੜੀ ਸਿੱਖ ਭਾਵਨਾ ਦੇ ਨਾਲ ਜਿਹੜੀ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ, ਕੀ ਕਹਿਣਾ ਚਾਹੋਗੇ? ਹਾਂਜੀ, ਵੇਖੋ, ਇਹ ਗੱਲਬਾਤ ਇਸ ਤਰ੍ਹਾਂ ਹੈ ਕਿ ਗੁਰਬਾਣੀ ਪੜ੍ਹਨ, ਸੁਣਨ, ਸਮਝਣ ਵਾਸਤੇ ਤੇ ਜੀਵਨ ਦਾ ਰਾਹ ਦਸੇਰਾ ਹੈ ਗੁਰਬਾਣੀ। ਇਸ ਵਾਸਤੇ ਨਹੀਂ ਹੈ ਕਿ ਅਸੀਂ ਇਸ ਤਰੀਕੇ ਦੇ ਨਾਲ, ਜਿਵੇਂ ਕਿ ਨਵਜੋਤ ਸਿੱਧੂ ਨੇ ਕੀਤਾ ਹੈ, ਇਸ ਤਰੀਕੇ ਦੇ ਨਾਲ ਕੋਈ ਬੇਅਦਬੀ ਕਰੀਏ। ਗੁਰਬਾਣੀ ਸਾਡੇ ਜੀਵਨ ਨੂੰ ਚਾਨਣ ਬਖਸ਼ਦੀ ਹੈ, ਸਾਨੂੰ ਔਗਣਾਂ ਤੋਂ ਮੁਕਤ ਕਰਾਉਂਦੀ ਹੈ। ਪਰ ਗੁਰਬਾਣੀ ਦੇ ਸਿਧਾਂਤਾਂ ਦੇ ਨਾਲ, ਤਿੰਨਾਂ ਦੇ ਨਾਲ, ਗੁਰਬਾਣੀ ਦੇ ਨਾਲ, ਸਿੱਖ ਸਿਧਾਂਤਾਂ ਦੇ ਨਾਲ ਛੇੜਛਾੜ ਕਰਨੀ ਜਿਹੜੀ ਹੈ, ਇਹ ਕਿਸੇ ਵੀ ਤਰ੍ਹਾਂ ਜਿਹੜੀ ਹੈ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਭਾਵੇਂ ਕੋਈ MLA ਹੋਵੇ, ਭਾਵੇਂ ਕੋਈ MP ਹੋਵੇ, ਜਾਂ ਕੋਈ ਵੀ ਵੱਡਾ ਸੈਲੀਬ੍ਰਿਟੀ, ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਕਿ ਅਗਲਾ ਸਮਾਜ ਵਿੱਚ ਕੀ ਹੈਸੀਅਤ ਰੱਖਦਾ ਹੈ। ਸਾਨੂੰ ਇਸ ਗੱਲ ਦੇ ਨਾਲ ਮਤਲਬ ਹੈ ਕਿ ਗੁਰੂ ਕੀ ਬਾਣੀ ਦੇ ਨਾਲ ਜਿਹੜਾ ਛੇੜਛਾੜ ਕਰ ਰਿਹਾ, ਭਾਵੇਂ ਕੋਈ ਕਿੱਡਾ ਵੀ ਕਦਾਵਰ ਨੇਤਾ ਹੋਵੇ, ਭਾਵੇਂ ਜਿਹੜਾ ਵੀ ਹੋਵੇ, ਅਸੀਂ ਉਹਨੂੰ ਕਦਾਚਿਤ ਵੀ ਬਰਦਾਸ਼ਤ ਨਹੀਂ ਕਰਾਂਗੇ। ਕਦਾਚਿਤ ਵੀ ਉਹਦੇ ਵੱਲੋਂ ਕੀਤੀ ਹੋਈ ਇਸ ਗਲਤੀ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਤੁਹਾਡੇ ਵੱਲੋਂ ਅੱਜ ਕਿੱਥੇ ਕਿੱਥੇ ਸ਼ਿਕਾਇਤ ਜਿਹੜੀ ਆ ਦਿੱਤੀ ਗਈ ਆ? ਸ਼੍ਰੀ ਅਕਾਲ ਤਖਤ ਸਾਹਿਬ ਤੇ ਵੀ ਦਿੱਤੀ ਗਈ ਸ਼ਿਕਾਇਤ? ਹਾਂਜੀ, ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕਰਕੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਵੀ ਮੰਗ ਪੱਤਰ ਜਿਹੜਾ ਹੈ ਉਹ ਦਿੱਤਾ ਗਿਆ ਹੈ। ਔਰ ਉਹਦੇ ਤੋਂ ਬਾਅਦ ਇੱਥੇ ਪ੍ਰਸ਼ਾਸਨ ਦੇ ਨਾਲ ਅਸੀਂ ਸਮਝਦੇ ਸਾਂ ਕਿ ਸਾਡੀ ਜ਼ਿੰਮੇਵਾਰੀ ਬਣਦੀ ਹੈ, ਇਸ ਵਾਸਤੇ ਅਸੀਂ DCP ਸਰਦਾਰ ਜਗਮੋਹਨ ਸਿੰਘ ਹੋਰਾਂ ਨੂੰ ਵੀ ਮੰਗ ਪੱਤਰ, ਸ਼ਿਕਾਇਤ ਪੱਤਰ ਦੇਣ ਵਾਸਤੇ ਅਸੀਂ ਪਹੁੰਚੇ ਹਾਂ ਜੀ। ਲਗਾਤਾਰ ਹੀ ਸਿੱਖ ਭਾਵਨਾਵਾਂ ਨਾਲ ਨਹੀਂ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹਮੇਸ਼ਾ ਹੀ ਕਾਫੀ ਵਾਰ ਵੇਖਣ ਨੂੰ ਮਿਲਿਆ, ਜੇ ਬੇਅਦਬੀਆਂ ਹੋ ਰਹੀਆਂ ਨੇ ਤਾਂ ਵੀ ਇਸੇ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ, ਇਸ ਤਰ੍ਹਾਂ ਦੇ ਲੀਡਰਾਂ ਨੂੰ ਕਿਆ ਲੱਗਦਾ ਨਹੀਂ ਕਿ ਨੱਥ ਪਾਉਣ ਦੀ ਵੀ ਜ਼ਰੂਰਤ ਹੈ? ਜੀ ਬਿਲਕੁਲ, ਵੇਖੋ, ਗੁਰਬਾਣੀ ਸਭੇ ਸਾਂਝੀ ਵਾਲ ਸਦਾਇਨ ਦਾ ਸੁਨੇਹਾ ਦਿੰਦੀ ਹੈ। ਔਰ ਗੁਰਬਾਣੀ ਨੂੰ ਲੈ ਕਰਕੇ ਇਸ ਤਰ੍ਹਾਂ ਦੀਆਂ ਮੰਦਭਾਗੀਆਂ ਘਟਨਾ ਜਿਹੜੀਆਂ ਬੇਅਦਬੀ ਦੀਆਂ ਜਾਂ ਹੋਰ ਘਟਨਾਵਾਂ ਵਾਪਰਦੀਆਂ ਨੇ, ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਖਾਸ ਕਰਕੇ ਉਦੋਂ
ਜਦੋਂ ਇਦਾਂ ਦੇ ਆਪਣੇ ਆਪ ਨੂੰ ਸਿਆਣੇ ਅਖਵਾਉਣ ਵਾਲੇ ਲੋਕ ਵੀ ਗੁਰਬਾਣੀ ਦੀ ਬੇਅਦਬੀ ਕਰਦੇ ਨੇ, ਉਹ ਆਪਣੇ ਆਪ ਨੂੰ ਸਿਆਣਾ ਕਹਿੰਦੇ, ਅਸੀਂ ਨਹੀਂ ਉਹਨੂੰ ਮੰਨਦੇ ਵੀ ਉਹ ਕੋਈ ਬਹੁਤਾ ਸਿਆਣਾ ਹੈ। ਸਾਨੂੰ ਤੇ ਉਹ ਸਗੋਂ ਮਾਨਸਿਕ ਬਿਮਾਰ ਲੱਗਦਾ ਇਨਸਾਨ ਜਿਹਨੂੰ ਬਾਕੀ ਸਾਰੀਆਂ ਗੱਲਾਂ ਦੀ ਸਮਝ ਹੈ, ਪਰ ਇਸ ਗੱਲ ਦੀ ਸਮਝ ਨਹੀਂ ਕਿ ਮੈਂ ਇਹ ਜਿਹੜਾ ਸ਼ਾਲ ਉੱਤੇ ਲੈ ਕੇ ਪਬਲਿਕ ਦੇ ਵਿੱਚ ਜਾ ਰਿਹਾ ਇਹ ਮੇਰੇ ਵਾਸਤੇ ਇਹ ਠੀਕ ਨਹੀਂ ਹੈ, ਮੈਂ ਗੁਰਬਾਣੀ ਦੀ ਬੇਅਦਬੀ ਕਰ ਰਿਹਾ ਔਰ ਇਹ ਜਾਣਬੁੱਝ ਕੇ ਸ਼ਾਇਦ ਪਬਲਿਕ ਦੇ ਵਿੱਚ ਜਾਂ ਮੀਡੀਆ ਦੇ ਵਿੱਚ ਬਣੇ ਰਹਿਣ ਦੀ ਖਾਤਰ ਕੀਤਾ ਹੋਇਆ ਇੱਕ ਸਟੰਟ ਜਾਪਦਾ ਹੈ ਜੀ। ਤੁਹਾਡੇ ਵੱਲੋਂ ਕੋਈ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਜੀ ਨਵਜੋਤ ਸਿੰਘ ਸਿੱਧੂ ਦੇ ਨਾਲ, ਜਾਂ ਕੋਈ ਰਾਬਤਾ ਕਰਨ ਦੀ ਗੱਲ ਕੀਤੀ ਗਈ? ਫਿਲਹਾਲ ਅਜੇ ਅਸੀਂ ਜਿਹੜਾ ਹੈ ਸਾਡਾ ਜੋ ਫਰਜ਼ ਬਣਦਾ ਸੀ, ਅਸੀਂ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਹਾਂ, ਉਹਦੇ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕੋਲ ਆਏ ਹਾਂ ਔਰ ਇਹਦੇ ਤੋਂ ਬਾਅਦ ਅਗਲਾ ਸਟੈਪ ਜਿਹੜਾ ਹੈ ਹੋ ਸਕਦਾ ਹੈ ਕਿ ਅਸੀਂ ਜਲਦੀ ਵਿਚਾਰ ਕਰਕੇ ਤੇ ਫਿਰ ਜਿਹੜਾ ਨਵਜੋਤ ਸਿੱਧੂ ਦੀ ਕੋਠੀ ਦੇ ਬਾਹਰ ਜਾ ਕੇ ਬਈਏ, ਉਹਨੂੰ ਮਿਲਣ ਦਾ ਵੀ ਯਤਨ ਕਰਾਂਗੇ, ਦੱਸਾਂਗੇ ਭਾਈ ਤੂੰ ਆ ਗਲਤੀ ਕੀਤੀ, ਉਹਨੂੰ ਇਦਾਂ ਛੱਡਦੇ ਨਹੀਂ, ਚੁੱਪ ਅਸੀਂ ਵੀ ਨਹੀਂ ਬੈਠਣ ਵਾਲੇ। ਜੇ ਉਹ ਗਲਤੀ ਕਰਕੇ ਦੁਬਾਰਾ ਇੱਕ ਫਿਰ ਫੋਟੋ ਪਾ ਸਕਦਾ ਹੈ ਨਾ, ਦੂਜੀ ਵਾਰ ਫੋਟੋ ਉਹਨੇ ਕੱਲ ਪਾਈ ਹੈ, ਤੇ ਇਹਦਾ ਮਤਲਬ ਇਹ ਹੈ ਕਿ ਉਹ ਉਹਦੇ ਕੋਲੋਂ ਅਣਜਾਣੇ 'ਚ ਨਹੀਂ ਜਾਣਬੁੱਝ ਕੇ ਕੁਝ ਕਰ ਰਿਹਾ ਹੈ। ਤੇ ਕੋਈ ਨਾ, ਗੁਰੂ ਕਾ ਖਾਲਸਾ ਉਹਨੂੰ ਟੱਕਰੇਗਾ, ਦੱਸਾਂਗੇ ਭਾਈ ਜਿਹੜੀ ਤੂੰ ਇਹ ਬੇਅਦਬੀ ਕੀਤੀ ਹੈ ਨਾ, ਇਹਦੇ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ, ਤੇਰਾ ਇਹ ਗੁਨਾਹ ਹੈ ਤੇ ਇਸ ਗੁਨਾਹ ਦੇ ਲਈ ਤੈਨੂੰ ਸੰਗਤ ਦੀ ਕਚਹਿਰੀ ਵਿੱਚ ਸਿਰ ਨਿਵਾ ਕੇ ਖੜਨਾ ਪਏਗਾ। ਲੇਕਿਨ ਜੇ ਅਗਰ ਮੈਂ ਥੋੜੀ ਜਿਹੀ ਅਗਰ ਮੈਨੂੰ ਨੌਲੇਜ ਹੋਵੇ, ਜਿਹੜਾ ਬੰਦਾ ਸਿੱਖ ਪੂਰਾ ਪੱਥਤ ਹੋਵੇ ਉਹ ਅਕਾਲ ਤਖਤ ਸਾਹਿਬ ਤੇ ਪੇਸ਼ ਹੀ ਨਹੀਂ ਹੋ ਸਕਦਾ। ਨਵਜੋਤ ਸਿੰਘ ਸਿੱਧੂ ਤੇ ਪੱਥਤ ਦਾ ਇੱਕ ਦਾੜਾ ਵੀ ਕੱਟਦੇ ਆਪਣੇ। ਉਹ ਦੇਖੋ, ਉਹਦੇ ਬਾਬਤ ਇਦਾਂ ਹੈ ਕਿ ਅਸੀਂ ਆਪਣਾ ਫਰਜ਼ ਸਮਝਦਿਆਂ ਹੋਇਆਂ ਮੰਗ ਪੱਤਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਦੇ ਕੇ ਆਏ ਹਾਂ। ਹੁਣ ਉੱਥੋਂ ਸਾਨੂੰ ਕਿੱਦਾਂ ਦੀ ਸਲਾਹ ਮਿਲਦੀ ਹੈ ਜਾਂ ਕਿਸ ਪ੍ਰਕਾਰ ਦੀ ਕਾਰਵਾਈ ਦੇ ਲਈ ਕਿਹਾ ਜਾਂਦਾ, ਹੋ ਸਕਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਐਸਜੀਪੀਸੀ ਨੂੰ ਕੋਈ ਆਦੇਸ਼ ਕਰ ਦਿੱਤਾ ਜਾਵੇ ਕਿ ਐਸਜੀਪੀਸੀ ਇਸ ਸਾਰੇ ਮਾਮਲੇ ਨੂੰ, ਐਸਜੀਪੀਸੀ ਪ੍ਰਧਾਨ ਸਕੱਤਰ ਜਾਂ ਦਫ਼ਤਰ ਇਸ ਮਾਮਲੇ ਨੂੰ ਵੇਖਣਗੇ। ਇਹ ਅਕਾਲ ਤਖਤ ਸਾਹਿਬ ਜੀ ਤੋਂ ਹੈ, ਪਤਾ ਚੱਲੇਗਾ ਕਿ ਉਹ ਕਿਸ ਪ੍ਰਕਾਰ ਦੀ ਕਾਰਵਾਈ ਅੱਗੇ ਨਵਜੋਤ ਸਿੱਧੂ ਤੇ ਕਰਦੇ ਨੇ। ਪੁਲਿਸ ਤੇ ਆਲਰੇਡੀ ਹੀ ਪੁਲਿਸ ਦੇ ਸ਼ੈਲਟਰ ਥੱਲੇ ਚੱਲਦੀ ਆ, ਕਿਆ ਲੱਗਦਾ ਨਹੀਂ ਕਿ ਪੋਲਿਟਿਕਸ ਦੇ ਕੀਤਾ ਜਾ ਸਕਦਾ ਕੋਈ ਮਾਮਲਾ ਦਾ, ਜੇ ਤੁਹਾਨੂੰ ਲੱਗਦਾ ਹੈ ਹੋ ਸਕਦਾ? ਦੇਖੋ, ਸਾਡਾ ਫਰਜ਼ ਬਣਦਾ ਹੈ ਕੱਲ ਨੂੰ ਸਾਨੂੰ ਕੋਈ ਇਹ ਨਾ ਕਹੇ ਕਿ ਸਿੱਧੇ ਉਹਦੇ ਤੱਕ ਚਲੇ ਗਏ, ਸਾਡੇ ਕੋਲ ਆਉਂਦੇ, ਕਿਉਂਕਿ ਤੁਹਾਨੂੰ ਪਤਾ ਹੈ ਜਦੋਂ ਆਪਾਂ ਕੋਈ ਕਾਰਵਾਈ ਕਰਦੇ ਆ ਨਾ ਤੇ ਪੁਲਿਸ ਸਾਡੇ ਅੱਗੇ ਹੋ ਕੇ ਖੜ ਜਾਂਦੀ ਤੇ ਕਹਿੰਦੇ ਭਾਈ ਤੁਸੀਂ ਪਹਿਲਾਂ ਸਾਨੂੰ ਕਿਉਂ ਨਹੀਂ ਦੱਸਿਆ, ਸਾਨੂੰ ਮਿਲਦੇ। ਸੋ ਸਾਡਾ ਇਹ ਫਰਜ਼ ਬਣਦਾ ਸੀ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਇਹ ਮਸਲਾ ਅਸੀਂ ਲਿਆ ਦਿੰਦੇ। ਕੱਲ ਨੂੰ ਅਸੀਂ ਅਗਰ ਨਵਜੋਤ ਸਿੱਧੂ ਦੇ ਘਰ ਦੇ ਬਾਹਰ ਜਾਂਦੇ ਆ ਤੇ ਕੋਈ ਇਹ ਨਾ ਕਵੇ ਭਾਈ ਤੁਸੀਂ ਸਿੱਧੇ ਇੱਥੇ ਆ ਕੇ ਸਾਡੇ ਕੋਲ ਤੇ ਪਹੁੰਚੇ ਨਹੀਂ। ਸੋ ਪਰਮਜੀਤ ਸਿੰਘ ਅਕਾਲੀ ਜੀ ਵੀ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਅਕਾਲੀ ਸਾਹਿਬ, ਲਗਾਤਾਰ ਹੀ ਬੇਅਦਬੀਆਂ ਦੇ ਦੌਰ ਜਿਹੜੇ ਨੇ ਫਿਰ ਵੱਧਦੇ ਜਾ ਰਹੇ ਨੇ, ਹੁਣ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਇੱਕ ਹਿਸਾਬ ਦੀ ਬੇਅਦਬੀ ਕੀਤੀ ਗਈ, ਕੀ ਕਹਿਣਾ ਚਾਹੋਗੇ? ਵੇਖੋ ਜੀ, ਸਿੱਧੀ ਤੇ ਸਪਸ਼ਟ ਜੀ ਗੱਲ ਆ ਕਿ ਇਹਨਾਂ ਲੋਕਾਂ ਦੀ ਮਾਨਸਿਕਤਾ ਬੜੀ ਗਿਰੀ ਹੋਈ ਤੇ ਬੜੀ ਛੋਟੀ ਜੀ ਮਾਨਸਿਕਤਾ ਵਾ। ਇਹ ਲੋਕ ਜਾਣਦੇ ਨੇ ਕਿਸਾਨੀ ਮੁੱਦਾ ਚੱਲ ਰਿਹਾ ਵਾ, ਬੇਅਦਬੀਆਂ ਦਾ ਦੌਰ ਇਸ ਤਰ੍ਹਾਂ ਨਾਲ ਹੋਇਆ ਵਾ, ਇਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਬੜੀ ਛੋਟੀ ਮਾਨਸਿਕਤਾ ਦਰਸਾਉਂਦਾ ਵਾ, ਜਿਹੜਾ ਬੜਾ ਮੰਦਭਾਗਾ ਤੇ ਨਹੀਂ ਹੋਣਾ ਚਾਹੀਦਾ। ਭਵਿੱਖ ਵਿੱਚ ਅਜਿਹੀ ਕੋਈ ਗਲਤੀ ਨਾ ਕਰੇ, ਇਹਦੇ ਵਾਸਤੇ ਅੱਜ ਸ਼੍ਰੀ ਜਿਹੜੇ ਅਕਾਲ ਤਖਤ ਸਾਹਿਬ ਦੇ ਪ੍ਰਸ਼ਾਸਨ ਨੂੰ ਅਸੀਂ ਮੰਗ ਪੱਤਰ ਦੇਣ ਆਏ ਆ। ਜੇਕਰ ਦੁਬਾਰਾ ਵੀ ਕੋਈ ਅਜਿਹੀ ਕੋਈ ਗਲਤੀ ਕਰਦਾ ਵਾ ਤਾਂ ਬੜਾ ਮਾੜਾ ਤੇ ਮੰਦਭਾਗਾ ਵਾ ਤੇ ਛੋਟੀ ਸੋਚ ਦਾ ਜਿਹੜਾ ਉਹ ਪ੍ਰਤੀਕ ਹੋਊਗਾ। ਸਾਡਾ ਜਿਹੜਾ ਫਰਜ਼ ਬਣਦਾ ਸੀ ਇੱਕ ਧਾਰਮਿਕ ਸੰਸਥਾ ਹੋਣ ਦੇ ਨਾਤੇ, ਸੇਵਾਦਾਰ ਹੋਣ ਦੇ ਨਾਤੇ, ਆਪਣਾ ਬਣਦਾ ਫਰਜ਼ ਜਿਹੜਾ ਅਸੀਂ ਅਦਾ ਕੀਤਾ ਵਾ। ਅੱਗੇ ਹੁਣ ਆਸ ਕਰਦੇ ਹਾਂ ਪ੍ਰਸ਼ਾਸਨ ਦੇ ਉੱਤੇ ਕਿ ਪ੍ਰਸ਼ਾਸਨ ਜਿਹੜੇ ਉਹ ਬਣਦੀ ਠੋਸ ਕਾਰਵਾਈ ਕਰੇ ਤਾਂ ਕਿ ਅੱਗੇ ਤੋਂ ਕੋਈ ਅਜਿਹਾ ਕੋਈ ਵੀ ਮਨੁੱਖ ਜਿਹੜਾ ਵਾ ਅਜਿਹੀ ਗਲਤੀ ਨਾ ਕਰੇ। ਜੇ ਅਕਾਲ ਤਖਤ ਸਾਹਿਬ ਦੀ ਗੱਲ ਕੀਤੀ ਜਾਵੇ ਤੇ ਪੱਥਰ ਜਿਹੜੇ ਹੁੰਦੇ ਨੇ ਸਿੱਖ, ਉਹਨਾਂ ਤੋਂ ਬੁਲਾਉਂਦੇ ਹੀ ਨਹੀਂ ਆ, ਕਿਆ ਲੱਗਦਾ ਕਿ ਉਹਨਾਂ ਵੱਲੋਂ ਕਾਰਵਾਈ ਕੀਤੀ ਜਾ ਸਕਦੀ? ਨਹੀਂ, ਬੜੇ ਤਰੀਕੇ ਦੇ ਬੜੇ ਰਸਤੇ ਹੁੰਦੇ ਨੇ। ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਵੀ ਕਨਸੈਪਟ ਆ ਸਾਨੂੰ ਪਤਾ, ਸਿਧਾਂਤ ਆਪਾਂ ਜਾਣਦੇ ਆ, ਪਰ ਉਹਦੇ ਵਾਸਤੇ ਹੋਰ ਰਾਹ ਹੁੰਦੇ ਨੇ। ਜਿਹੜੇ ਰਾਹ ਹੋਣਗੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੋ ਮੌਜੂਦਾ ਜਥੇਦਾਰ ਨੇ ਇਸ ਵੇਲੇ, ਉਹਨਾਂ ਨੂੰ ਸਾਰਾ ਉਹ ਸਿਧਾਂਤ ਫਲਸਫਾ ਪਤਾ, ਉਹਦੇ ਅਨੁਸਾਰ ਜੋ ਕਾਰਵਾਈ ਉਹ ਕਰਨਗੇ। ਤੁਹਾਨੂੰ ਲੱਗਦਾ ਪੁਲਿਸ ਪ੍ਰਸ਼ਾਸਨ ਕਾਰਵਾਈ ਕਰ ਸਕਦੀ ਹੈ ਨਵਜੋਤ ਸਿੰਘ ਸਿੱਧੂ ਦੇ ਖਿਲਾਫ? ਵੇਖੋ ਜੀ, ਨਵਜੋਤ ਸਿੰਘ ਸਿੱਧੂ ਇੱਕ ਮਨੁੱਖ ਹੀ ਆ, ਕੋਈ ਰੱਬ ਥੋੜੀ ਆ। ਕਿਉਂਕਿ ਹਮੇਸ਼ਾ ਹੀ ਵੇਖਣ ਨੂੰ ਮਿਲਦਾ ਕਿ ਪੋਲੀਟੀਸ਼ੀਅਨ ਦੇ ਸ਼ੈਲਟਰ ਥੱਲੇ ਹੀ ਪੁਲਿਸ ਚੱਲਦੀ ਹੈ, ਕਿ ਲੱਗਦਾ ਕਿ ਬੜੇ ਵੱਡੇ ਕਦਵਾਰ ਨੇਤਾ ਆ ਗਏ ਨੇ। ਨਹੀਂ, ਕਾਦਵਾਰ ਨੇਤਾ ਵਾਤੇ, ਪਰ ਗਲਤੀ ਤਾਂ ਗਲਤੀ ਆ ਨਾ ਜੀ। ਤੇ ਜੇਕਰ ਅਸੀਂ ਗਲਤੀਆਂ ਨੂੰ ਇਸ ਤਰ੍ਹਾਂ ਨਜ਼ਰਅੰਦਾਜ਼ ਕਰ ਦਿੰਦੇ ਆ ਤੇ ਕੱਲ ਨੂੰ ਤੇ ਫਿਰ ਜੀ ਉਹ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਕੁਝ ਬੋਲੂਗਾ ਤੇ ਫਿਰ ਵੀ ਅਸੀਂ ਇਹ ਪੁਲਿਸ ਵਿੱਚ ਚੁੱਪ ਰਹੂਗਾ। ਇਹ ਤਾਂ ਹੁਣ ਆਸ ਕਰਦੇ ਆ ਨਾ ਕਿ ਅਸੀਂ, ਸਾਡਾ ਤਾਂ ਮਕਸਦ ਆ ਕਿ ਅਸੀਂ ਬੇਨਤੀ ਕਰ ਸਕਦੇ ਹਾਂ ਨਾ, ਜੋ ਸਾਡਾ ਦਾਇਰਾ ਵਾ ਅਸੀਂ ਉਸ ਦਾਇਰੇ ਵਿੱਚ ਕੰਮ ਕਰ ਰਹੇ ਹਾਂ। ਜੇਕਰ ਪ੍ਰਸ਼ਾਸਨ ਨਹੀਂ ਕਰਦਾ ਫਿਰ ਨਲਾਇਕੀ ਹੋਊਗੀ ਨਾ ਪ੍ਰਸ਼ਾਸਨ ਦੀ। ਹੁਣ ਜੇ ਇਨ ਫਿਊਚਰ ਨਹੀਂ ਕਾਰਵਾਈ ਹੁੰਦੀ ਤਾਂ ਫਿਰ ਕੀ ਰਹੇਗਾ ਅਗਲਾ? ਬਿਲਕੁਲ, ਜਿਵੇਂ ਤੁਹਾਨੂੰ ਗਿਆਨੀ ਨੇ ਦੱਸਿਆ ਵਾ ਕਿ ਇਸ ਤੋਂ ਬਾਅਦ ਅਸੀਂ ਸਲਾਹ ਮਸ਼ਵਰਾ ਕਰਕੇ ਜਥੇਬੰਦੀਆਂ ਸਾਰੀਆਂ, ਜੇ ਸਾਨੂੰ ਗਰਾਊਂਡ ਲੈਵਲ ਤੇ ਜ਼ਮੀਨੀ ਪੱਧਰ ਤੇ ਵਿਰੋਧ ਕਰਨਾ ਪਿਆ ਜ਼ਰੂਰ ਕਰਾਂਗੇ ਦਾ। ਲੇਕਿਨ ਜੇ ਅਗਰ ਗੱਲ ਕੀਤੀ ਜਾਵੇ, ਇੱਕ ਵਾਰੀ ਬੰਦਾ ਸੋਚਦਾ ਕਿ ਕੋਈ ਗਲਤੀ ਦੇ ਨਾਲ ਹੋ ਸਕਦਾ ਹੈ, ਲੇਕਿਨ ਕੱਲ ਫਿਰ ਪੋਸਟ ਕੀਤੀ ਗਈ ਫੋਟੋਆਂ, ਤਸਵੀਰਾਂ ਫਿਰ ਦੁਬਾਰਾ ਪੋਸਟ ਕੀਤੇ, ਕਿਆ ਲੱਗਦਾ ਨਹੀਂ ਜਾਣਬੁੱਝ ਕੇ ਟਾਰਗੇਟ ਤੇ ਨਹੀਂ ਕੀਤਾ? ਸਾਡਾ ਮਕਸਦ ਵੀ ਇਸੇ ਕਰਕੇ ਅਸੀਂ ਕੱਲ ਸ਼ਾਮ ਤੱਕ ਨਹੀਂ ਸੀ ਬੋਲੇ, ਆਸ ਕੀਤੀ ਸੀ ਕਿ ਸ਼ਾਮ ਤੱਕ ਇਹ ਆਪਣਾ ਕੋਈ ਸਪਸ਼ਟੀਕਰਨ ਦੇ ਦੂਗਾ, ਚਲੋ ਇਹ ਮਸਲਾ ਸ਼ਾਂਤ ਹੋ ਜਾਊਗਾ। ਪਰ ਦੁਬਾਰਾ ਫਿਰ ਫੋਟੋਆਂ ਪਾਉਣ ਤੋਂ ਬਾਅਦ ਸਾਨੂੰ ਉਹਦਾ ਹੰਕਾਰ ਦੇਖਿਆ ਤੇ ਇਸ ਕਰਕੇ ਉਸ ਤੋਂ ਬਾਅਦ ਅਸੀਂ ਇਹ ਸਟੈਪ ਲਿਆ। ਕੱਲ 4 ਵਜੇ ਤੋਂ ਬਾਅਦ ਅਸੀਂ ਇਹ ਫਾਈਨਲ ਕੀਤਾ ਸੀ ਕਿ ਅਸੀਂ ਇਹ ਪੈਰਾ ਜਿਹੜਾ ਵਾ ਇਹ ਕਰਨਾ।
ਨਵਜੋਤ ਸਿੰਘ ਸਿੱਧੂ ਹਮੇਸ਼ਾ ਹੀ ਵਿਵਾਦਤ ਬਿਆਨਾਂ ਕਰਕੇ ਜਾਂਦੇ ਨੇ, ਕਿ ਲੱਗਦਾ ਕਿ ਹੋਰ ਨਵਾਂ ਵਿਵਾਦ ਉਹਨਾਂ ਨੇ ਛੇੜ ਲਿਆ। ਬਿਲਕੁਲ ਜਾਣਬੁੱਝ ਕੇ ਕੀਤੀ ਹੋਈ ਇਹ ਕਾਰਵਾਈ ਲੱਗਦੀ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਗੱਲ ਕਰਕੇ ਤੇ ਹਵਾ ਦੇ ਵਿੱਚ ਰਹਿਣਾ, ਮੀਡੀਆ ਦੇ ਵਿੱਚ ਹਾਈਲਾਈਟ ਹੋਣਾ, ਕਿਉਂਕਿ ਹੁਣ ਕੋਈ ਪੁੱਛ ਨਹੀਂ ਰਿਹਾ ਇਹਨਾਂ ਲੋਕਾਂ ਨੂੰ। ਤੁਸੀਂ ਜਾਣਦੇ ਹੀ ਹੋ ਕਿਸ ਤਰੀਕੇ ਦੇ ਨਾਲ ਜਿਹੜੇ ਵੀ ਸਿਆਸੀ ਲੋਕ ਨੇ, ਕਿਸਾਨਾਂ ਦੇ ਵੱਲੋਂ, ਪੰਜਾਬੀਆਂ ਦੇ ਵੱਲੋਂ, ਲੋਕਾਂ ਨੇ ਇਹਨਾਂ ਦਾ ਬਾਈਕਾਟ ਕੀਤਾ ਹੋਇਆ ਵਾ। ਇਹਨਾਂ ਦੀ ਹਿੰਮਤ ਨਹੀਂ ਹੈਗੀ ਜਾ ਕੇ ਕਿਸਾਨਾਂ ਦੇ ਨਾਲ ਮੋਰਚਿਆਂ 'ਚ ਬਹਿ ਹੀ ਸਕਣ ਧਰਨੇ ਦੇ ਵਿੱਚ। ਸੋ ਆਪਣੇ ਆਪ ਨੂੰ ਮੈਨੂੰ ਲੱਗਦਾ ਹਵਾ ਦੇ ਵਿੱਚ ਹਾਈਲਾਈਟ ਰੱਖਣ ਦੇ ਵਾਸਤੇ ਇਦਾਂ ਦੀਆਂ ਕਾਰਵਾਈਆਂ ਲੋਕਾਂ ਵੱਲੋਂ ਕੀਤੀਆਂ ਜਾਂਦੀਆਂ। ਵੀਡੀਓ ਵਾਇਰਲ ਹੋਈ ਸੀਗੀ, ਉਹ ਵੀ ਕਿਸਾਨਾਂ ਨੂੰ ਮਿਲਣ ਵਾਸਤੇ ਸੀਗੇ, ਕਿ ਲੱਗਦਾ ਕਿ ਦੋਨੇ ਬੰਨੇ ਜਿਹੜੀ ਆਪਣੀ ਪੈਰ ਪਸਾਰਨ ਵਾਸਤੇ ਕੋਸ਼ਿਸ਼ ਕੀਤੀ ਜਾ ਰਹੀ। ਸਪਸ਼ਟ ਜੀ ਗੱਲ ਆ, ਇਹ ਤਾਂ ਸਪਸ਼ਟ ਹੀ ਹੁੰਦਾ, ਕਿਉਂਕਿ ਸਿਆਣਾ ਬੰਦਾ, ਸਿਆਣਾ ਮਨੁੱਖ ਜੇ ਗਲਤੀ ਜਾਣੇ ਅਣਜਾਣੇ ਹੋ ਜਾਂਦੀ ਉਹਨੂੰ ਮੰਨ ਲੈਂਦਾ, ਗਲਤੀ ਉਹ ਅਪੋਲੋਜਾਈਜ਼ ਕਰ ਲੈਂਦਾ। ਪਰ ਉਸ ਤੋਂ ਬਾਅਦ ਗਲਤੀ ਮੰਨਣ ਦੀ ਜਗ੍ਹਾ ਦੇ ਉੱਤੇ ਇਹਨਾਂ ਦੇ ਵੱਲੋਂ ਦੁਬਾਰਾ ਫੋਟੋਆਂ ਪਾਉਣੀਆਂ, ਵੀਡੀਓ ਪਾਉਣੀ ਕਿਤੇ ਨਾ ਕਿਤੇ ਮਾਨਸਿਕਤਾ ਦਰਸਾਉਂਦਾ ਵਾ ਕਿ ਉਸ ਚੀਜ਼ ਨੂੰ ਹਵਾ ਦਿੱਤੀ ਜਾਵੇ, ਉਸ ਚੀਜ਼ ਨੂੰ ਮਾਹੌਲ ਨੂੰ ਹੋਰ ਤਰੀਕੇ ਨਾਲ ਪੇਸ਼ ਬਣਾਇਆ ਜਾਵੇ, ਉਹਦੇ ਵਾਸਤੇ ਤਾਂ ਦੀ ਕਾਰਵਾਈ ਕੀਤੀ ਜਾਵੇ। ਲੱਗਦਾ ਵਾ ਕਿ ਹੁਣ ਅਕਾਲ ਤਖਤ ਸਾਹਿਬ ਤੋਂ ਜੇ ਤੁਹਾਨੂੰ ਕੋਈ ਲੱਗਦਾ ਕਿ ਕੋਈ ਸੰਦੇਸ਼ ਆ ਸਕਦਾ ਵਾ ਨਵਜੋਤ ਸਿੰਘ? ਦੇਖੋ ਜੀ, ਸਾਡਾ ਫਰਜ਼ ਬਣਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਅਸੀਂ ਸਮਰਪਿਤ ਹਾਂ, ਅਸੀਂ ਬੇਨਤੀ ਕਰ ਸਕਦੇ ਹਾਂ। ਅਗਲੇ ਬੰਨੇ ਉਹਨਾਂ ਨੇ ਕੀ ਫੈਸਲਾ ਕਰਨਾ ਵਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਡਿਪੈਂਡ ਕਰਦਾ। ਆਸ ਕਰਦੇ ਹਾਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਜਾਂ ਪ੍ਰਸ਼ਾਸਨ ਜਿਹੜਾ ਵਾ ਉਹ ਬਣਦਾ ਆਪਣਾ ਫਰਜ਼ ਨਿਭਾਊਗਾ। ਪਰਮਜੀਤ ਸਿੰਘ ਜੀ, ਲਗਾਤਾਰ ਹੀ ਪਿਛਲੇ ਲੰਮੇ ਸਮੇਂ ਤੋਂ ਵੇਖਿਆ ਜਾਵੇ, ਪਹਿਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਅਲੱਗ ਰੂਪ 'ਚ ਦੇਖਿਆ ਜਾਂਦਾ ਸੀਗਾ ਕਿ ਵਧੀਆ ਫੈਸਲੇ ਲੈ ਰਹੇ ਸੀਗੇ, ਲੇਕਿਨ ਹੁਣ ਜਦੋਂ ਦਾ ਉਹਨਾਂ ਨੇ ਸਪੀਚ ਦਿੱਤੀ ਆ, ਹਰ ਇੱਕ ਲੋਕਾਂ ਦੇ ਹੁਣ ਜਿਹੜੇ ਮਨ ਤੋਂ ਉਤਰਦੇ ਜਾ ਰਹੇ ਨੇ। ਤੁਹਾਨੂੰ ਲੱਗਦਾ ਹੈ ਕਿ ਕਿਸੇ ਵੀ ਗੁਰਬਾਣੀ ਦੇ ਜਾਂ ਕਿਸੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਹਜੇ ਤੱਕ ਕਿਸੇ ਦੋਸ਼ੀ ਨੂੰ ਨਹੀਂ ਫੜ ਸਕੇ, ਤੇ ਜਾਂ ਕੋਈ ਜੇ ਆ ਨਵਾਂ ਜਿਹੜਾ ਹੁਣ ਰੂਪ ਜਿਹੜਾ ਸਾਹਮਣੇ ਆਇਆ ਨਵਜੋਤ ਸਿੰਘ ਸਿੱਧੂ ਦਾ, ਲੱਗਦਾ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਹੁਣ ਕਾਰਵਾਈ ਕਰਾ ਸਕਦੇ ਨੇ? ਲੱਗਦਾ ਤੁਹਾਨੂੰ? ਵੇਖੋ, ਮੈਂ ਤੁਹਾਨੂੰ ਇੱਕ ਚੀਜ਼ ਬੇਨਤੀ ਕਰਾਂ, ਸਿੱਖ ਦੇ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ ਸਰਵਉੱਚ ਮਨੁੱਖ ਨਹੀਂ। ਉੱਥੇ ਬੈਠਾ ਮਨੁੱਖ ਕੋਈ ਹੋ ਸਕਦਾ, ਤੇ ਮਨੁੱਖ ਗਲਤੀਆਂ ਕਰਦੇ ਨੇ, ਮਨੁੱਖਾਂ ਦੇ ਕੋਲੋਂ ਗਲਤੀਆਂ ਹੁੰਦੀਆਂ ਨੇ, ਪਰ ਅਕਾਲ ਤਖਤ ਸਾਹਿਬ ਗਲਤੀ ਥੋੜੀ ਕਰੂਗਾ ਜਾਂ ਇੱਕ ਸੰਸਥਾ ਥੋੜੀ ਗਲਤੀ ਕਰੂਗੀ, ਮਨੁੱਖ ਗਲਤੀ ਕਰਦੇ ਨੇ। ਜੇਕਰ ਗੁਰਬਚਨ ਸਿੰਘ ਸਾਬਕਾ ਜਥੇਦਾਰ ਨੇ ਗਲਤੀ ਕੀਤੀ ਸਰਸਿਆਲ ਨੂੰ ਮਾਫ ਕਰਨ ਦੀ, ਉਹ ਇੱਕ ਮਨੁੱਖ ਵੱਲੋਂ ਕੀਤੀ ਗਈ ਗਲਤੀ ਸੀ। ਉਹ ਭਾਵੇਂ ਸਿਆਸੀ ਦਬਾਅ ਹੇਠ ਕੀਤੀ, ਵੋਟਾਂ ਵਾਸਤੇ ਕੀਤੀ, ਕੀ ਕੀਤੀ, ਉਹ ਮੈਟਰ ਨਹੀਂ ਕਰਦਾ। ਮੈਟਰ ਇਹ ਕਰਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਸਾਡੇ ਵਾਸਤੇ ਕੀ ਨੇ ਤੇ ਉਹਦੀ ਮਰਿਆਦਾ ਸਾਡੇ ਵਾਸਤੇ ਕੀ ਆ। ਜੇ ਤਾਂ ਅਸੀਂ ਸਮਰਪਿਤ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ, ਫਿਰ ਅਸੀਂ ਕਿਸੇ ਮਨੁੱਖ ਨੂੰ ਵੱਲ ਨਹੀਂ ਵੇਖਣਾ, ਪਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਅਸੀਂ ਆਪਣਾ ਕੰਮ ਕਰਨਾ, ਆਪਣੀ ਜਿਹੜੀ ਸਾਡੀ ਸੇਵਾ ਉਹ ਕਰਨੀ ਹੈ। ਤੇ ਜੇਕਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਅਸੀਂ ਸਮਰਪਿਤ ਹੀ ਨਹੀਂ, ਅਸੀਂ ਫਾਰਮੈਲਿਟੀ ਉਹ ਕਰ ਰਹੇ ਹਾਂ, ਤੇ ਫਿਰ ਅਸੀਂ ਜੋ ਮਰਜ਼ੀ ਬੋਲੀ ਜਾਈਏ, ਜੋ ਮਰਜ਼ੀ ਕਰੀ ਜਾਈਏ। ਸਾਹਿਬ ਨੇ ਕੀ ਆਸ਼ਵਾਸਨ ਦਿੱਤਾ? ਬਿਲਕੁਲ, ਉਹਨਾਂ ਨੇ ਕਿਹਾ ਵੀ ਅਸੀਂ ਜਾਂਚ ਪੜਤਾਲ ਕਰਕੇ ਜੋ ਬਣਦੀ ਕਾਰਵਾਈ ਉਹ ਕਰਾਂਗੇ ਜੀ। ਸੋ ਇਹ ਸਨ ਸਿੱਖ ਜਥੇਬੰਦੀਆਂ ਵੱਲੋਂ ਜਿਹੜਾ ਸੀਗਾ ਲਗਾਤਾਰ ਹੀ ਹੁਣ ਨਵਜੋਤ ਸਿੰਘ ਸਿੱਧੂ ਉੱਤੇ ਵੀ ਜਿਹੜਾ ਹੈ ਸਕੰਜਾ ਕੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇ ਲਗਾਤਾਰ ਗੱਲ ਕੀਤੀ ਜਾਵੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਵੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਜਿਹੜਾ ਆ ਮੰਗ ਪੱਤਰ ਦਿੱਤਾ ਗਿਆ ਹੈ, ਤੇ ਆਪ ਅੰਮ੍ਰਿਤਸਰ ਦੇ ਡੀਸੀਪੀ ਨੂੰ ਵੀ ਮੰਗ ਪੱਤਰ ਦਿੱਤਾ ਗਿਆ, ਤੇ ਇਹਨਾਂ ਦਾ ਕਹਿਣਾ ਹੀ ਹੈ ਕਿ ਉਹਨਾਂ ਵੱਲੋਂ ਜਿਹੜੀ ਹੈ ਫੋਕੀ ਸ਼ੋਹਰਤ ਹਾਸਲ ਕਰਨ ਵਾਸਤੇ ਇਹ ਸਭ ਕੁਝ ਕੀਤਾ ਜਾ ਰਿਹਾ। ਲੇਕਿਨ ਨਵਜੋਤ ਸਿੰਘ ਸਿੱਧੂ ਹਮੇਸ਼ਾ ਹੀ ਆਪਣੇ ਚਰਚਾ ਦੇ ਵਿਸ਼ੇ ਤੇ ਵਿੱਚ ਰਹਿੰਦੇ, ਅਗਰ ਕੁਝ ਬੋਲਦੇ ਤਾਂ ਵੀ ਚਰਚਾ 'ਚ ਰਹਿੰਦੇ ਨੇ, ਅਗਰ ਨਹੀਂ ਕੁਝ ਬੋਲਦੇ ਤਾਂ ਵੀ ਚਰਚਾ 'ਚ ਰਹਿੰਦੇ ਨੇ। ਲੇਕਿਨ ਹੁਣ ਦੇਖਣਾ ਹੋਏਗਾ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨੂੰ ਲੈ ਕੇ ਕੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਕੋਈ ਕਾਰਵਾਈ ਹੁੰਦੀ ਹੈ ਕਿ ਨਹੀਂ। ਕੈਮਰਾਮੈਨ ਜੈਪ੍ਰੀਤ ਦੇ ਨਾਲ ਗੁਰਪ੍ਰੀਤ ਸਿੰਘ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।